ਮੇਰੇ ਵਿਆਹ ਨੂੰ 4 ਦਿਨ ਹੋਏ ਸਨ। ਜਦੋਂ ਮੇਰਾ ਪਤੀ ਕਮਰੇ ਦੇ ਵਿੱਚ ਦਾਖਲ ਹੋਇਆ ਤਾਂ ਉਸਦੇ ਹੱਥ ਵਿੱਚ ਇੱਕ ਚੀਜ਼ ਸੀ ਜਿਸ ਨੂੰ ਦੇਖ ਕੇ ਮੈਂ ਬੁਰੀ ਤਰ੍ਹਾਂ ਹੈਰਾਨ ਹੋ ਗਈ। ਮੈਂ ਕਿਹਾ, ਹੁਣ ਇਹ ਕੀ ਚੱਕਰ ਹੈ? ਪਹਿਲਾਂ ਤੁਹਾਡੀਆਂ ਜਿੰਨੀਆਂ ਵੀ ਗੱਲਾਂ ਸਨ ਮੈਂ ਸਾਰੀਆਂ ਮੰਨ ਲਈਆਂ, ਇਸ ਤਰ੍ਹਾਂ ਦੀਆਂ ਗੱਲਾਂ ਵੀ ਮੰਨ ਲਈਆਂ ਜੋ ਕੋਈ ਨਹੀਂ ਮੰਨਦਾ। ਤੁਸੀਂ ਜੋ ਕਿਹਾ ਮੈਂ ਕੀਤਾ, ਭਲਾ ਮੈਨੂੰ ਤਕਲੀਫ ਵੀ ਹੋਈ ਤਾਂ ਵੀ, ਅਤੇ ਸਭ ਕੁਝ ਜਾਣਦੇ ਹੋਏ ਵੀ ਮੈਂ ਤੁਹਾਡਾ ਸਾਥ ਦੇਣ ਦਾ ਵਾਅਦਾ ਕੀਤਾ। ਪਰ ਹੁਣ ਇਹ ਸਭ ਕੀ ਹੈ? ਮੈਂ ਗੁੱਸੇ ਦੇ ਵਿੱਚ ਬੋਲਦੀ ਜਾ ਰਹੀ ਸੀ ਕਿ ਮੇਰੇ ਪਤੀ ਨੇ ਕਿਹਾ ਕਿ ਇਸ ਚੀਜ਼ ਦਾ ਵਾਸਤਾ ਤੁਹਾਡੇ ਨਾਲ ਨਹੀਂ ਹੈ, ਮੇਰੇ ਨਾਲ ਹੈ। ਤਾਂ ਮੇਰਾ ਦਿਲ ਅਚਾਨਕ ਤੋਂ ਬੈਠ ਗਿਆ, ਕਿਉਂਕਿ ਮੈਨੂੰ ਤਾਂ ਲੱਗਿਆ ਸੀ ਕਿ ਉਹ ਮੇਰਾ। ਮੈਂ ਆਪਣੇ ਵਿਆਹ ਤੋਂ ਬਹੁਤ ਖੁਸ਼ ਸੀ, ਕਿਉਂਕਿ ਵੱਡੀਆਂ ਭੈਣਾਂ ਤੋਂ ਬਾਅਦ ਆਖਿਰਕਾਰ ਮੇਰੇ ਵਿਆਹ ਦੀ ਵਾਰੀ ਆਈ ਸੀ। ਪਰ ਵਿਆਹ ਦੀ ਪਹਿਲੀ ਰਾਤ ਮੇਰੇ ਪਤੀ ਨੇ ਅਜਿਹੀ ਗੱਲ ਦੱਸੀ ਕਿ ਮੇਰੀ ਸਾਰੀ ਖੁਸ਼ੀ ਦੁੱਖ ਦੇ ਵਿੱਚ ਬਦਲ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਹੋ ਜਾਵੇਗਾ। ਮੇਰਾ ਪਤੀ ਬਹੁਤ ਅਜੀਬ ਤਰੀਕੇ ਦਾ ਇਨਸਾਨ ਸੀ। ਵਿਆਹ ਦੇ ਵਿੱਚ ਵੀ ਸਾਰੇ ਲੋਕ ਉਸ ਦੇ ਬਾਰੇ ਹੀ ਗੱਲਾਂ ਕਰ ਰਹੇ ਸਨ। ਸਾਡੇ 2 ਭੈਣਾਂ ਦਾ ਵਿਆਹ ਸੀ। ਮੇਰੀ ਦੂਸਰੀ ਭੈਣ ਦਾ ਪਤੀ ਬਹੁਤ ਹੀ ਖੁਸ਼ ਅਤੇ ਹਸਮੁਖ ਕਿਸਮ ਦਾ ਲੱਗ ਰਿਹਾ ਸੀ, ਜਦੋਂ ਕਿ ਮੇਰਾ ਪਤੀ ਇਸ ਤਰ੍ਹਾਂ ਬੈਠਾ ਸੀ ਕਿ ਜਿਵੇਂ ਉਸ ਦਾ ਵਿਆਹ ਧੱਕੇ ਨਾਲ ਕਰਵਾਇਆ ਗਿਆ ਹੋਵੇ। ਮੈਂ ਆਪਣੀ ਭੈਣ ਤੋਂ ਬਹੁਤ ਜ਼ਿਆਦਾ ਖੂਬਸੂਰਤ ਸੀ ਤੇ ਉਹ ਇੰਨਾ ਜ਼ਿਆਦਾ ਖੂਬਸੂਰਤ ਨਹੀਂ ਸੀ। ਦੂਜੇ ਪਾਸੇ ਮੇਰੀ ਭੈਣ ਬਿਲਕੁਲ ਵੀ ਖੂਬਸੂਰਤ ਨਹੀਂ ਸੀ ਤੇ ਉਸ ਦਾ ਪਤੀ ਜਿਵੇਂ ਹੀਰੋ ਸੀ। ਸਾਰੇ ਮੇਰੇ ਪਤੀ ਨੂੰ ਕਹਿ ਰਹੇ ਸਨ ਕਿ ਤੁਹਾਡੀ ਤਾਂ ਲਾਟਰੀ ਲੱਗ ਗਈ ਹੈ, ਕਿੰਨੀ ਖੂਬਸੂਰਤ ਪਤਨੀ ਮਿਲੀ ਹੈ। ਫਿਰ ਵੀ ਉਸਦੇ ਚਿਹਰੇ ਤੇ ਖੁਸ਼ੀ ਨਹੀਂ ਦਿਖ ਰਹੀ ਸੀ। ਇਹ ਵਿਆਹ ਬਿਲਕੁਲ ਵੀ ਜ਼ਬਰਦਸਤੀ ਨਾਲ ਨਹੀਂ ਕਰਵਾਇਆ ਜਾ ਰਿਹਾ ਸੀ, ਬਲਕਿ ਮੇਰੇ ਪਤੀ ਦੀ ਮਰਜ਼ੀ ਦੇ ਅਨੁਸਾਰ ਹੋ ਰਿਹਾ ਸੀ। ਪਤਾ ਨਹੀਂ ਮੇਰੇ ਪਤੀ ਨੂੰ ਕੀ ਪਰੇਸ਼ਾਨੀ ਸੀ, ਉਹ ਪਰੇਸ਼ਾਨ ਸੀ ਜਾਂ ਫਿਰ ਕੋਈ ਹੋਰ ਗੱਲ ਸੀ। ਪਰ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੇਰਾ ਪਤੀ ਇਸ ਤਰ੍ਹਾਂ ਦਾ ਹੋਵੇਗਾ। ਪਰ ਉਸਨੇ ਸਾਰਿਆਂ ਦੇ ਸਾਹਮਣੇ ਮੇਰੀ ਬੇਇੱਜ਼ਤੀ ਕਰਵਾ ਦਿੱਤੀ। ਮੈਂ ਦੁਲਹਨ ਬਣ ਕੇ ਉਸਦਾ ਇੰਤਜ਼ਾਰ ਕਰ ਰਹੀ ਸੀ, ਪਰ ਮੇਰਾ ਪਹਿਲਾਂ ਤੋਂ ਹੀ ਬਹੁਤ ਮੂਡ ਖਰਾਬ ਸੀ। ਮੈਂ ਸੋਚ ਲਿਆ ਸੀ ਕਿ ਮੈਂ ਆਪਣੇ ਪਤੀ ਨਾਲ ਠੀਕ ਵਿਵਹਾਰ ਨਹੀਂ ਕਰਾਂਗੀ। ਦੱਸਾਂਗੀ ਉਸਨੂੰ ਕਿ ਉਸਨੇ ਮੇਰੇ ਰਿਸ਼ਤੇਦਾਰਾਂ ਦੇ ਸਾਹਮਣੇ ਅਤੇ ਮੇਰੇ ਘਰ ਵਾਲਿਆਂ ਦੇ ਸਾਹਮਣੇ ਕਿੰਨੀ ਬੇਇੱਜ਼ਤੀ ਕਰਵਾਈ ਹੈ। ਮੇਰੀ ਭੈਣ ਦੇ ਨਾਲ ਮੇਰਾ ਵਿਆਹ ਹੋ ਰਿਹਾ ਸੀ। ਉਹ ਹਰ ਮਾਮਲੇ ਦੇ ਵਿੱਚ ਮੇਰੇ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦੀ ਸੀ, ਪਰ ਕਦੇ ਵੀ ਮੇਰੇ ਤੋਂ ਜਿੱਤ ਨਹੀਂ ਸਕੀ ਸੀ। ਜਾਂ ਚਾਹੇ ਜ਼ਿਆਦਾ ਨੰਬਰ ਲੈਣ ਦੀ ਗੱਲ ਹੋਵੇ ਜਾਂ ਫਿਰ ਖੂਬਸੂਰਤੀ ਦੇ ਵਿੱਚ, ਪਰ ਆਖਿਰਕਾਰ ਇਸ ਗੱਲ ਦੇ ਵਿੱਚ ਉਹ ਜਿੱਤ ਗਈ ਕਿ ਉਸਦਾ ਪਤੀ ਮੇਰੇ ਪਤੀ ਦੇ ਨਾਲੋਂ ਜ਼ਿਆਦਾ ਖੂਬਸੂਰਤ ਤੇ ਚੰਗੇ ਸੁਭਾਅ ਦਾ ਲੱਗ ਰਿਹਾ ਸੀ। ਉਹ ਉਸਦਾ ਖਿਆਲ ਰੱਖ ਰਿਹਾ ਸੀ, ਉਸਨੂੰ ਆਪਣੇ ਹੱਥ ਦੇ ਨਾਲ ਖਾਣਾ ਖਵਾ ਰਿਹਾ ਸੀ, ਉਸਦਾ ਹੱਥ ਫੜਿਆ, ਉਸਦਾ ਲਹਿੰਗਾ ਚੱਕਣ ਦੇ ਵਿੱਚ ਉਸਦੀ ਮਦਦ ਕੀਤੀ। ਅਤੇ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਛੋਟੀਆਂ-ਛੋਟੀਆਂ ਤੇ ਪਿਆਰੀਆਂ ਗੱਲਾਂ ਸਨ ਜੋ ਉਹ ਦੋਵੇਂ ਕਰ ਰਹੇ ਸਨ। ਅਤੇ ਅਸੀਂ ਇਸ ਤਰ੍ਹਾਂ ਬੈਠੇ ਸੀ ਜਿਵੇਂ ਪਤੀ ਪਤਨੀ ਨਹੀਂ, ਦੁਸ਼ਮਣ ਹੋਈਏ, ਅਤੇ ਸਾਡਾ ਕਿਸੇ ਨੇ ਜ਼ਬਰਦਸਤੀ ਵਿਆਹ ਕਰਵਾਇਆ ਹੈ। ਅਜਿਹੇ ਵਿੱਚ ਮੇਰਾ ਦਿਲ ਨਾ ਮੱਚਦਾ ਤਾਂ ਫਿਰ ਕੀ ਕਰਦਾ। ਹਰ ਇੱਕ ਲੜਕੀ ਦੀ ਤਰ੍ਹਾਂ ਮੇਰੇ ਵੀ ਕੁਝ ਸੁਪਨੇ ਸਨ, ਕੁਝ ਅਰਮਾਨ ਸਨ ਜੋ ਕਦੇ ਵੀ ਪੂਰੇ ਨਹੀਂ ਹੁੰਦੇ। ਜਦੋਂ ਕਿ ਮੇਰੇ ਪਤੀ ਨੇ ਤਾਂ ਕਿਸੇ ਨੂੰ ਅੱਖ ਚੱਕ ਕੇ ਵੀ ਨਹੀਂ ਦੇਖਿਆ ਸੀ। ਸਾਰੇ ਵਿਆਹ ਵਿੱਚ ਸਿਰ ਝੁਕਾ ਕੇ ਬੈਠਾ ਰਿਹਾ ਅਤੇ ਸਾਰੇ ਮੇਰੇ ਤੇ ਹੱਸਦੇ ਰਹੇ। ਜਦੋਂ ਉਹ ਕਮਰੇ ਦੇ ਵਿੱਚ ਦਾਖਲ ਹੋਇਆ ਤਾਂ ਉਸਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਸ਼ਾਇਦ ਉਹ ਰੋ ਕੇ ਆਇਆ ਹੈ। ਪਰ ਰੋਣ ਦਾ ਮਕਸਦ ਕੀ ਸੀ? ਵਿਆਹ ਤੇ ਤਾਂ ਦੁਲਹਨ ਰੋਂਦੀ ਹੈ, ਲਾੜਾ ਕਿਉਂ ਰੋਏਗਾ? ਉਸਨੂੰ ਤਾਂ ਚੰਗੀ ਭਲੀ ਲੜਕੀ ਮਿਲਦੀ ਹੈ ਜੋ ਉਸਦੇ ਲਈ ਆਪਣਾ ਸਭ ਕੁਝ ਛੱਡ ਕੇ ਉਸਦੇ ਘਰ ਆਈ ਹੁੰਦੀ ਹੈ। ਉਹ ਮੇਰੇ ਸਾਹਮਣੇ ਆ ਕੇ ਬੈਠ ਗਿਆ। ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ, ਉਸਦੀਆਂ ਅੱਖਾਂ ਦੇ ਵਿੱਚ ਹੰਝੂ ਵਹਿਣ ਲੱਗ ਪਏ। ਇਹ ਦੇਖ ਕੇ ਮੈਂ ਥੋੜੀ ਪਰੇਸ਼ਾਨ ਹੋ ਗਈ ਕਿ ਕੀ ਪਤਾ ਇਸਨੂੰ ਕੋਈ ਪਰੇਸ਼ਾਨੀ ਹੈ, ਕਿਤੇ ਕੋਈ ਹਾਦਸਾ ਤਾਂ ਨਹੀਂ ਹੋ ਗਿਆ। ਇੰਨੇ ਸਾਰੇ ਲੋਕ ਆਏ ਹੋਏ ਹਨ, ਕੁਝ ਹੋ ਵੀ ਸਕਦਾ ਹੈ। ਮੇਰੇ ਪਤੀ ਨੇ ਕਿਹਾ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ, ਸਭ ਕੁਝ ਠੀਕ ਹੈ, ਸਾਰੇ ਲੋਕ ਠੀਕ ਹਨ। ਮੈਂ ਕਿਹਾ, ਤਾਂ ਫਿਰ ਤੁਸੀਂ ਰੋ ਕਿਉਂ ਰਹੇ ਹੋ? ਕਹਿਣ ਲੱਗਿਆ, ਜੇਕਰ ਤੁਹਾਨੂੰ ਦੱਸਾਂਗਾ ਤਾਂ ਤੁਹਾਡਾ ਵੀ ਇਹੀ ਹਾਲ ਹੋਵੇਗਾ, ਪਰ ਤੁਹਾਨੂੰ ਨਾ ਦੱਸ ਕੇ ਮੈਂ ਤੁਹਾਨੂੰ ਧੋਖਾ ਨਹੀਂ ਦੇਣਾ ਚਾਹੁੰਦਾ। ਜਦੋਂ ਮੇਰੇ ਪਤੀ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਮੈਂ ਸਮਝ ਗਈ ਕਿ ਇਹ ਕਿਸੇ ਹੋਰ ਦੇ ਨਾਲ ਪਿਆਰ ਕਰਦਾ ਹੈ ਅਤੇ ਵਿਆਹ ਉਹਨਾਂ ਦਾ ਮੇਰੇ ਨਾਲ ਹੋ ਗਿਆ ਹੈ ਅਤੇ ਸਾਰੀ ਜ਼ਿੰਦਗੀ ਹੁਣ ਮੈਨੂੰ ਇੱਕ ਅਜਿਹੇ ਇਨਸਾਨ ਦੇ ਨਾਲ ਰਹਿਣਾ ਪਵੇਗਾ ਜੋ ਕਿਸੇ ਹੋਰ ਨੂੰ ਪਿਆਰ ਕਰਦਾ ਹੈ, ਅਤੇ ਨਾ ਉਹ ਮੇਰਾ ਹੋ ਸਕਦਾ ਹੈ ਅਤੇ ਨਾ ਉਹ ਕਿਸੇ ਹੋਰ ਦਾ। ਪਰ ਮੇਰਾ ਤਾਂ ਕਦੇ ਕੋਈ ਬॉयਫ੍ਰੈਂਡ ਵੀ ਨਹੀਂ ਸੀ। ਮੈਂ ਤਾਂ ਬਿਲਕੁਲ ਸਿੱਧੀ ਸਾਦੀ ਲੜਕੀ ਸੀ। ਫਿਰ ਪਰਮਾਤਮਾ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਪਰ ਜੋ ਗੱਲ ਮੇਰੇ ਪਤੀ ਨੇ ਮੈਨੂੰ ਦੱਸੀ, ਉਹ ਸੁਣ ਕੇ ਵਾਕਿਆ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣੇ ਸ਼ੁਰੂ ਹੋ ਗਏ। ਮੇਰਾ ਪਤੀ ਬੱਚਿਆਂ ਦੀ ਤਰ੍ਹਾਂ ਰੋ ਰਿਹਾ ਸੀ। ਉਸਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਇਹ ਗੱਲ ਵਿਆਹ ਦੇ ਪਹਿਲੇ ਦਿਨ ਹੀ ਦੱਸ ਦੇਣਾ ਚਾਹੁੰਦਾ ਸੀ, ਪਰ ਹੁਣ ਦੱਸਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਜੋ ਨੁਕਸਾਨ ਹੋਣਾ ਸੀ ਉਹ ਹੋ ਚੁੱਕਿਆ ਹੈ।
ਪਰ ਤੁਹਾਡੇ ਸਾਹਮਣੇ ਸਾਰੀ ਜ਼ਿੰਦਗੀ ਹੈ। ਇਹ ਹੈ ਕਿ ਮੈਂ ਬੱਚਾ ਪੈਦਾ ਨਹੀਂ ਕਰ ਸਕਦਾ, ਮੇਰੇ ਤੋਂ ਤੁਹਾਨੂੰ ਕਦੇ ਵੀ ਕੋਈ ਔਲਾਦ ਨਹੀਂ ਹੋ ਸਕਦੀ। ਮੈਂ ਤੁਹਾਨੂੰ ਸਿਰਫ ਪਿਆਰ ਤੋਂ ਇਲਾਵਾ ਹੋਰ ਕੁਝ ਨਹੀਂ ਦੇ ਸਕਦਾ। ਇਹ ਗੱਲ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਕਿਹਾ ਕਿ ਦੇਖੋ, ਜੇਕਰ ਤੁਸੀਂ ਮੇਰੇ ਨਾਲ ਕਿਸੇ ਕਿਸਮ ਦਾ ਮਜ਼ਾਕ ਕਰ ਰਹੇ ਹੋ ਤਾਂ ਇਸ ਤਰ੍ਹਾਂ ਬਿਲਕੁਲ ਨਾ ਕਰੋ। ਵਿਆਹ ਦੀ ਪਹਿਲੀ ਰਾਤ ਆਪਣੀ ਦੁਲਹਨ ਦੇ ਨਾਲ ਮਜ਼ਾਕ ਕਰਦੇ ਹਨ। ਉਹਨਾਂ ਦੇ ਦੋਸਤਾਂ ਨੇ ਉਹਨਾਂ ਨੂੰ ਸਮਝਾਇਆ ਹੁੰਦਾ ਹੈ, ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੈ ਤਾਂ ਫਿਰ ਮੈਂ ਬਹੁਤ ਜ਼ਿਆਦਾ ਗੁੱਸਾ ਹੋ ਜਾਵਾਂਗੀ ਅਤੇ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਾਂਗੀ। ਮੇਰਾ ਪਤੀ ਇਸ ਗੱਲ ਤੇ ਹੱਸਣ ਲੱਗ ਗਿਆ ਤੇ ਕਹਿਣ ਲੱਗਿਆ ਕਿ ਕਾਸ਼ ਇਹ ਮਜ਼ਾਕ ਹੁੰਦਾ। ਇਹੀ ਸੱਚ ਹੈ ਕਿ ਮੈਨੂੰ ਅਚਾਨਕ ਤੋਂ ਗੁੱਸਾ ਆ ਗਿਆ। ਮੈਂ ਕਿਹਾ ਕਿ ਜੇਕਰ ਅਜਿਹੀ ਗੱਲ ਸੀ ਤਾਂ ਫਿਰ ਤੁਸੀਂ ਮੇਰੇ ਨਾਲ ਵਿਆਹ ਕਿਉਂ ਕੀਤਾ? ਇਹ ਗੱਲ ਤੁਹਾਨੂੰ ਮੇਰੇ ਘਰ ਵਾਲਿਆਂ ਨੂੰ ਦੱਸਣੀ ਚਾਹੀਦੀ ਸੀ। ਮੇਰੀ ਤੁਹਾਡੇ ਨਾਲ ਲਵ ਮੈਰਿਜ ਨਹੀਂ ਹੋਈ ਸੀ ਜੋ ਮੈਂ ਇੰਨੀ ਵੱਡੀ ਗੱਲ ਬਰਦਾਸ਼ਤ ਕਰ ਜਾਵਾਂਗੀ। ਵਿਆਹ ਇਨਸਾਨ ਕਰਦਾ ਹੈ, ਕਿਸ ਲਈ ਹੈ? ਔਲਾਦ ਪੈਦਾ ਕਰਨ ਲਈ। ਮਰਦ ਤਾਂ ਔਰਤ ਦਾ ਕਦੇ ਵੀ ਨਹੀਂ ਬਣਦਾ, ਉਹ ਕਦੇ ਵੀ ਉਸਨੂੰ ਸਭ ਤੋਂ ਜ਼ਿਆਦਾ ਪਿਆਰ ਨਹੀਂ ਕਰਦਾ। ਉਸਦੇ ਦਿਲ ਦੇ ਵਿੱਚ ਹਮੇਸ਼ਾ ਉਸਦੇ ਮਾਂ-ਬਾਪ ਉੱਪਰ ਰਹਿੰਦੇ ਹਨ। ਅਜਿਹੇ ਵਿੱਚ ਔਲਾਦ ਹੁੰਦੀ ਹੈ ਜੋ ਉਸਨੂੰ ਖੁਸ਼ੀ ਦਿੰਦੀ ਹੈ ਅਤੇ ਤੁਸੀਂ ਮੈਨੂੰ ਔਲਾਦ ਨਹੀਂ ਦੇ ਸਕਦੇ ਤਾਂ ਇਹ ਗੱਲ ਤੁਹਾਨੂੰ ਦੱਸਣੀ ਚਾਹੀਦੀ ਸੀ। ਕੋਈ ਵੀ ਬਹਾਨਾ ਬਣਾ ਦਿੰਦੇ, ਇਹ ਕਹਿ ਦਿੰਦੇ ਕਿ ਮੈਂ ਤੁਹਾਨੂੰ ਪਸੰਦ ਨਹੀਂ ਹਾਂ। ਜਦੋਂ ਮੈਂ ਇਹ ਕਿਹਾ ਤਾਂ ਮੇਰੇ ਪਤੀ ਦਾ ਕਹਿਣਾ ਸੀ, ਤੁਸੀਂ ਮੈਨੂੰ ਬਹੁਤ ਪਸੰਦ ਹੋ, ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹਾਂ। ਮੈਂ ਸੱਚ ਕਹਾਂ ਤਾਂ ਮੈਂ ਖੁਦ ਮਜਬੂਰ ਹੋ ਗਿਆ ਸੀ। ਮੇਰੇ ਮਾਂ-ਬਾਪ ਵੀ ਮੇਰੇ ਪਿੱਛੇ ਪਏ ਸਨ। ਮੈਨੂੰ ਉਹਨਾਂ ਨੂੰ ਦੇਣ ਦੇ ਲਈ ਕੋਈ ਜਵਾਬ ਨਹੀਂ ਮਿਲਿਆ ਸੀ। ਮੇਰੇ ਦਿਲ ਦੇ ਵਿੱਚ ਜੋ ਗੱਲ ਆਈ ਮੈਂ ਕਹਿ ਦਿੱਤੀ, ਪਰ ਮੇਰੇ ਪਤੀ ਨੇ ਮੇਰੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਬਹੁਤ ਪਿਆਰ ਕਰਦਾ ਹਾਂ ਤੁਹਾਨੂੰ, ਤੁਹਾਡੇ ਲਈ ਜਾਨ ਦੇ ਸਕਦਾ ਹਾਂ। ਇਹ ਮੇਰੇ ਵਾਸਤੇ ਵਿੱਚ ਨਹੀਂ ਹੈ। ਜੇਕਰ ਹੁੰਦਾ ਤਾਂ ਮੈਂ ਕੁਝ ਕਰਕੇ ਇਸ ਨੂੰ ਠੀਕ ਕਰ ਲੈਂਦਾ। ਮੈਨੂੰ ਮੇਰੇ ਪਤੀ 'ਤੇ ਤਰਸ ਆਉਣ ਲੱਗਿਆ। ਮੈਂ ਉਹਨਾਂ ਨੂੰ ਕਿਹਾ ਕਿ ਸੱਚ ਵਿੱਚ ਇਹ ਸਹੀ ਹੈ, ਇਸ ਦਾ ਕੋਈ ਹੱਲ ਨਹੀਂ ਹੈ। ਉਸਨੇ ਕਿਹਾ ਕਿ ਇਸ ਦੇ ਇਲਾਜ ਦੇ ਲਈ ਮੈਂ ਕਈ ਡਾਕਟਰਾਂ ਨੂੰ ਮਿਲਿਆ ਹਾਂ, ਪਰ ਇਸ ਦਾ ਕੋਈ ਹੱਲ ਨਹੀਂ ਹੈ। ਹੁਣ ਮੈਂ ਵੀ ਰੋਣ ਲੱਗੀ। ਪਤਾ ਨਹੀਂ ਮੈਂ ਕਿਸ ਦੇ ਲਈ ਰੋ ਰਹੀ ਸੀ, ਆਪਣੇ ਪਤੀ ਦੇ ਲਈ, ਆਪਣੀਆਂ ਖੁਆਇਸ਼ਾਂ ਦੇ ਲਈ, ਜਾਂ ਫਿਰ ਆਪਣੀ ਕਿਸਮਤ 'ਤੇ ਰੋ ਰਹੀ ਸੀ। ਬਸ ਬੈਠੀ ਰੋ ਰਹੀ ਸੀ। ਘਰ ਵਾਲਿਆਂ ਨੂੰ ਵੀ ਤਾਂ ਨਹੀਂ ਦੱਸ ਸਕਦੀ ਸੀ, ਹੁਣ ਵੀ ਨਹੀਂ ਦੱਸ ਸਕਦੀ ਸੀ, ਬਾਅਦ ਦੇ ਵਿੱਚ ਵੀ ਨਹੀਂ ਦੱਸ ਸਕਦੀ ਸੀ। ਹੁਣੇ ਹੀ ਤਾਂ ਉਹਨਾਂ ਨੇ ਮੈਨੂੰ ਵਿਦਾ ਕੀਤਾ ਸੀ ਅਤੇ ਬਾਅਦ ਦੇ ਵਿੱਚ ਵੀ ਦੱਸਣਾ ਕਿਹੜਾ ਆਸਾਨ ਸੀ। ਜੇਕਰ ਮੈਂ ਦੱਸ ਵੀ ਦਿੰਦੀ ਤਾਂ ਕੀ ਫਰਕ ਪੈਣਾ ਸੀ? ਇਹ ਬੁਰੀ ਖਬਰ ਤਾਂ ਹਮੇਸ਼ਾ ਬੁਰੀ ਖਬਰ ਹੀ ਮੰਨੀ ਜਾਂਦੀ ਹੈ। ਅਤੇ ਇਸ ਤਰ੍ਹਾਂ ਹੀ ਸਵੇਰ ਹੋਣ ਲੱਗੀ। ਮੇਰੇ ਦਿਮਾਗ ਦੇ ਵਿੱਚ ਅਜਿਹੀਆਂ ਗੱਲਾਂ ਆਈਆਂ ਕਿ ਮੈਂ ਬਸ ਰੋਂਦੀ ਹੀ ਰਹੀ। ਮੈਂ ਕਦੇ ਕਿਸੇ ਗੱਲ 'ਤੇ ਰੋਣ ਲੱਗਦੀ ਅਤੇ ਕਦੇ ਕਿਸੇ ਗੱਲ 'ਤੇ ਰੋਣ ਲੱਗਦੀ। ਇੱਥੋਂ ਤੱਕ ਕਿ ਮੇਰੀ ਸੋਚ ਇੱਥੋਂ ਤੱਕ ਪਹੁੰਚ ਗਈ ਕਿ ਮੈਨੂੰ ਮਾਂ ਕਹਿਣ ਵਾਲਾ ਕੋਈ ਨਹੀਂ ਹੋਵੇਗਾ, ਮੇਰੇ ਬੱਚੇ ਨਹੀਂ ਹੋਣਗੇ। ਸਾਡੇ ਪਰਿਵਾਰ ਦੇ ਵਿੱਚ ਇੱਕ ਔਰਤ ਸੀ ਜਿਸ ਦੇ ਬੱਚੇ ਨਹੀਂ ਸਨ। ਲੋਕ ਉਸ ਦਾ ਨਾਮ ਹੀ ਭੁੱਲ ਗਏ ਸਨ। ਕਦੇ ਕਹਿੰਦੇ ਸਨ ਉਹੀ ਸਾਵਿਤਰੀ ਜਿਸ ਦੇ ਬੱਚੇ ਨਹੀਂ ਹਨ ਅਤੇ ਉਹੀ ਜਿਸ ਦੇ ਵਿਆਹ ਨੂੰ 15 ਸਾਲ ਹੋ ਗਏ ਹਨ, ਪਰ ਅਜੇ ਤੱਕ ਉਸਦੇ ਕੋਈ ਬੱਚੇ ਨਹੀਂ ਹਨ। ਅਤੇ ਮੈਂ ਹੈਰਾਨ ਹੁੰਦੀ ਸੀ ਕਿ ਉਸ ਦਾ ਨਾਮ ਹੀ ਬਦਲ ਦਿੱਤਾ ਗਿਆ ਹੈ। ਸਭ ਉਸਨੂੰ ਉਸਦੇ ਨਾਮ ਤੋਂ ਨਹੀਂ ਬਲਕਿ ਇਸ ਕਰਕੇ ਜਾਣਦੇ ਸਨ ਕਿ ਉਸਦੇ ਬੱਚੇ ਨਹੀਂ ਹਨ। ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਤੁਹਾਡਾ ਸਾਥ ਦੇਣ ਦੀ ਕੋਸ਼ਿਸ਼ ਕਰਾਂਗੀ, ਅਸੀਂ ਹਮੇਸ਼ਾ ਇਕੱਠੇ ਰਹਾਂਗੇ, ਕਿਸੇ ਬੱਚੇ ਨੂੰ ਗੋਦ ਲੈ ਲਵਾਂਗੇ। ਜਦੋਂ ਮੈਂ ਆਪਣੀ ਭੈਣ ਨੂੰ ਦੇਖਦੀ ਤਾਂ ਮੈਨੂੰ ਉਸ ਤੋਂ ਜਲਨ ਮਹਿਸੂਸ ਹੋਣ ਲੱਗਦੀ। ਉਹ ਕਿੰਨੀ ਖੁਸ਼ ਸੀ। ਅਸੀਂ ਦੋਵੇਂ ਇਕੱਠੇ ਹੀ ਰਸਮਾਂ ਦੇ ਲਈ ਘਰ ਵਾਪਸ ਆ ਗਏ ਸੀ, ਪਰ ਮੇਰੇ ਚਿਹਰੇ 'ਤੇ ਖੁਸ਼ੀ ਕਿਵੇਂ ਆਉਂਦੀ, ਕਿਉਂਕਿ ਮੇਰੇ ਦਿਮਾਗ ਦੇ ਵਿੱਚ ਇੰਨੀ ਬੁਰੀ ਖਬਰ ਘੁੰਮ ਰਹੀ ਸੀ। ਮੈਂ 2-3 ਦਿਨਾਂ ਤੱਕ ਆਪਣੀ ਮਾਂ ਦੇ ਘਰ ਹੀ ਰੁਕੀ, ਜਦੋਂ ਕਿ ਮੇਰੀ ਭੈਣ ਤਾਂ ਰਾਤ ਨੂੰ ਹੀ ਆਪਣੇ ਘਰ ਵਾਪਸ ਚਲੀ ਗਈ ਸੀ। ਜਦੋਂ ਮੈਂ ਵਾਪਸ ਆਪਣੇ ਘਰ ਆਈ ਤਾਂ ਮੁਸਕਰਾ ਕੇ ਮੇਰੇ ਪਤੀ ਨੇ ਮੇਰਾ ਸਵਾਗਤ ਕੀਤਾ ਅਤੇ ਕਿਹਾ ਕਿ ਹੁਣ ਤੁਸੀਂ ਦੁਬਾਰਾ ਨਾ ਜਾਇਓ, ਮੈਨੂੰ ਤੁਹਾਡੀ ਬਹੁਤ ਯਾਦ ਆ ਰਹੀ ਸੀ। ਖੈਰ, ਅਜੇ ਮੇਰਾ ਮੂਡ ਖਰਾਬ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਸ 'ਤੇ ਗੁੱਸਾ ਕੱਢਾਂ। ਮੇਰੇ ਵਿਆਹ ਨੂੰ ਤਾਂ 4 ਦਿਨ ਹੋਏ ਸਨ ਕਿ ਇੱਕ ਰਾਤ ਮੇਰਾ ਪਤੀ ਮੇਰੇ ਕਮਰੇ ਦੇ ਵਿੱਚ ਦਾਖਲ ਹੋਇਆ ਤਾਂ ਉਸਦੇ ਹੱਥ ਦੇ ਵਿੱਚ ਇੱਕ ਚੀਜ਼ ਸੀ ਜਿਸ ਨੂੰ ਦੇਖ ਕੇ ਮੈਂ ਪੂਰੀ ਤਰ੍ਹਾਂ ਹੈਰਾਨ ਹੋ ਗਈ। ਮੈਂ ਕਿਹਾ ਕਿ ਹੁਣ ਇਹ ਕੀ ਚੱਕਰ ਹੈ? ਪਹਿਲਾਂ ਤਾਂ ਤੁਹਾਡੀਆਂ ਜਿੰਨੀਆਂ ਵੀ ਗੱਲਾਂ ਸਨ ਮੈਂ ਸਾਰੀਆਂ ਮੰਨ ਲਈਆਂ, ਤੁਹਾਡਾ ਸਾਥ ਦੇਣ ਦਾ ਵਾਅਦਾ ਕੀਤਾ, ਪਰ ਹੁਣ ਇਹ ਸਭ ਕੁਝ ਕੀ ਹੈ? ਗੁੱਸੇ ਦੇ ਵਿੱਚ ਬੋਲਦੀ ਜਾ ਰਹੀ ਸੀ ਕਿ ਮੇਰੇ ਪਤੀ ਨੇ ਕਿਹਾ, ਇਸ ਚੀਜ਼ ਦਾ ਮਤਲਬ ਤੁਹਾਡੇ ਨਾਲ ਨਹੀਂ ਮੇਰੇ ਨਾਲ ਹੈ। ਤਾਂ ਮੇਰਾ ਦਿਲ ਅਚਾਨਕ ਤੋਂ ਬੈਠ ਗਿਆ। ਕਿਹਾ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰੋਗੇ, ਕਿਉਂ ਆਪਣੇ ਆਪ ਨੂੰ ਤਕਲੀਫ ਦਿਓਗੇ? ਮੇਰੇ ਪਤੀ ਦੇ ਹੱਥ ਵਿੱਚ ਇੱਕ ਰੱਸੀ ਸੀ। ਮੈਂ ਹੈਰਾਨ ਸੀ ਕਿ ਉਸਨੇ ਇਸ ਰੱਸੀ ਦਾ ਕੀ ਕਰਨਾ ਸੀ। ਉਸਨੇ ਦੱਸਿਆ ਕਿ ਮੈਂ ਰੋਜ਼ ਰਾਤ ਨੂੰ ਆਪਣੇ ਆਪ ਨੂੰ ਬੰਨ੍ਹ ਕੇ ਸੌਂਦਾ ਹਾਂ। ਮੈਂ ਕਿਹਾ ਤੁਸੀਂ ਇਹ ਕੀ ਕਹਿ ਰਹੇ ਹੋ? ਉਸਨੇ ਕਿਹਾ ਕਿ ਇਸ ਤਰ੍ਹਾਂ ਹੀ ਮੈਂ ਆਪਣੇ ਆਪ ਨੂੰ ਬੰਨ੍ਹ ਕੇ ਸੌਂਦਾ ਹਾਂ। ਜੇਕਰ ਮੈਂ ਕਿਸੇ ਦਿਨ ਕਹਾਂ ਕਿ ਮੇਰੀ ਰੱਸੀ ਖੋਲ੍ਹ ਦਿਓ ਤਾਂ ਭੁੱਲ ਕੇ ਵੀ ਨਾ ਖੋਲ੍ਹਿਓ। ਜੇਕਰ ਮੈਂ ਆਪ ਵੀ ਕਹਾਂ
ਤਾਂ ਵੀ ਨਹੀਂ, ਪਿਆਰ ਨਾਲ ਵੀ ਕਹਾਂ, ਗੁੱਸੇ ਨਾਲ ਵੀ ਕਹਾਂ ਤਾਂ ਵੀ ਨਹੀਂ, ਤੁਸੀਂ ਰੱਸੀ ਨਾ ਖੋਲ੍ਹਿਓ। ਮੈਨੂੰ ਲੱਗਿਆ ਕਿ ਇਹ ਵੀ ਮੇਰੇ 'ਤੇ ਕੋਈ ਰੋਕ ਪਾਉਣ ਦਾ ਤਰੀਕਾ ਹੈ, ਜਾਂ ਤਾਂ ਉਹ ਮਜ਼ਾਕ ਕਰ ਰਿਹਾ ਹੈ ਜਾਂ ਫਿਰ ਉਸਦਾ ਮੂਡ ਖਰਾਬ ਹੈ, ਅਤੇ ਇਹ ਸਭ ਕੁਝ ਉਹ ਬਾਰ-ਬਾਰ ਨਹੀਂ ਕਰੇਗਾ। ਪਰ ਹੁਣ ਤਾਂ ਉਹ ਰੋਜ਼ ਰਾਤ ਨੂੰ ਇਸ ਤਰ੍ਹਾਂ ਕਰਦਾ ਸੀ। ਸਿਰਫ ਇੰਨਾ ਹੀ ਨਹੀਂ, ਉਹ ਤਾਂ ਮੈਨੂੰ ਇਹ ਵੀ ਕਹਿੰਦਾ ਸੀ ਕਿ ਤੁਸੀਂ ਰਾਤ ਨੂੰ ਸੌਣ ਦੇ ਕੱਪੜੇ ਮਤਲਬ ਨਾਈਟੀ ਪਾ ਕੇ ਨਾ ਸੋਇਆ ਕਰੋ, ਤੁਸੀਂ ਮੇਰੇ ਕੱਪੜੇ ਪਾ ਕੇ ਸੋਇਆ ਕਰੋ। ਮੈਂ ਕਿਹਾ ਤੁਹਾਡੇ ਕੱਪੜਿਆਂ ਵਿੱਚ ਤਾਂ ਮੈਂ ਬਹੁਤ ਬੁਰੀ ਲੱਗਾਂਗੀ, ਇਸ ਤਰ੍ਹਾਂ ਲੱਗੇਗਾ ਕਿ ਮੈਂ ਔਰਤ ਨਹੀਂ ਕੁਝ ਹੋਰ ਲੱਗ ਰਹੀ ਹਾਂ। ਉਸਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਰਾਤ ਦੇ ਸਮੇਂ ਤੁਸੀਂ ਬਿਲਕੁਲ ਵੀ ਸੁੰਦਰ ਨਾ ਲੱਗੋ, ਵੈਸੇ ਵੀ ਤੁਸੀਂ ਸੋਣਾ ਹੀ ਤਾਂ ਹੁੰਦਾ ਹੈ। ਮੈਂ ਕਿਹਾ ਕਿ ਤੁਸੀਂ ਬਾਰ-ਬਾਰ ਇਹ ਗੱਲ ਕਿਉਂ ਕਰਦੇ ਹੋ? ਤਾਂ ਉਸਨੇ ਕਿਹਾ ਕਿ ਤੁਸੀਂ ਸੋਣਾ ਹੀ ਹੁੰਦਾ ਹੈ। ਮੈਂ ਕਿਹਾ ਮੈਨੂੰ ਪਤਾ ਹੈ, ਪਰ ਮੈਂ ਤੁਹਾਡੇ ਕੱਪੜੇ ਨਹੀਂ ਪਾਵਾਂਗੀ। ਮੈਂ ਆਪਣੇ ਲਈ ਨਰਮ ਕੱਪੜੇ ਦੀ ਬਹੁਤ ਹੀ ਵਧੀਆ ਨਾਈਟੀ ਬਣਵਾਈ ਹੈ, ਅਤੇ ਮੈਂ ਉਹ ਨਾਈਟੀ ਕੋਈ ਐਸੀ ਵੈਸੀ ਨਹੀਂ ਬਲਕਿ ਬਹੁਤ ਵਧੀਆ ਹੈ। ਮੈਨੂੰ ਸੌਂਦੇ ਸਮੇਂ ਵੀ ਆਪਣੀ ਮਰਜ਼ੀ ਕਰਨ ਦੀ ਇਜਾਜ਼ਤ ਨਹੀਂ ਹੈ। ਹੁਣ ਤਾਂ ਇਹੀ ਉਸਦਾ ਰੂਟੀਨ ਬਣ ਗਿਆ ਸੀ। ਉਹ ਰੋਜ਼ ਉਸੇ ਤਰ੍ਹਾਂ ਹੀ ਸੌਣ ਲੱਗਿਆ, ਪਰ ਮੈਂ ਇਹ ਵੀ ਨੋਟ ਕੀਤਾ ਸੀ ਕਿ ਉਹ ਸਾਰੀ ਰਾਤ ਸੌਂਦਾ ਵੀ ਨਹੀਂ ਸੀ ਬਲਕਿ ਜਾਗਦਾ ਹੀ ਰਹਿੰਦਾ ਸੀ। ਇਸੇ ਤਰ੍ਹਾਂ ਹੀ ਸਾਡੇ ਵਿਆਹ ਨੂੰ 1 ਮਹੀਨਾ ਲੰਘ ਗਿਆ ਅਤੇ ਮੇਰੀ ਭੈਣ ਨੇ ਖੁਸ਼ਖਬਰੀ ਸੁਣਾ ਦਿੱਤੀ। ਇਹ ਖਬਰ ਮੇਰੇ ਸਹੁਰੇ ਘਰ ਵੀ ਪਹੁੰਚ ਗਈ, ਕਿਉਂਕਿ ਮੇਰੀ ਭੈਣ ਦਾ ਪਤੀ ਵੀ ਮੇਰੇ ਸਹੁਰੇ ਘਰ ਵਾਲਿਆਂ ਦਾ ਦੂਰ ਦਾ ਰਿਸ਼ਤੇਦਾਰ ਲੱਗਦਾ ਸੀ। ਮੇਰੀ ਸੱਸ ਨੇ ਮੈਨੂੰ ਤਾਨੇ ਦੇਣੇ ਸ਼ੁਰੂ ਕਰ ਦਿੱਤੇ ਕਿ ਵੱਡੇ ਤੁਸੀਂ ਹੋ ਅਤੇ ਖੁਸ਼ਖਬਰੀ ਤੁਹਾਡੀ ਛੋਟੀ ਭੈਣ ਨੇ ਸੁਣਾ ਦਿੱਤੀ ਹੈ। ਇਹ ਗੱਲ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਿਆ। ਮੈਨੂੰ ਜ਼ਿਆਦਾ ਬੁਰਾ ਨਹੀਂ ਲੱਗਦਾ ਜੇਕਰ ਮੇਰੇ ਘਰ ਦੇ ਵਿੱਚ ਵੀ ਖੁਸ਼ਖਬਰੀ ਹੁੰਦੀ, ਜਾਂ ਫਿਰ ਮੇਰੇ ਘਰ ਖੁਸ਼ਖਬਰੀ ਨਾ ਵੀ ਹੁੰਦੀ ਅਤੇ ਮੈਨੂੰ ਇਹ ਪਤਾ ਹੁੰਦਾ ਕਿ ਮੇਰਾ ਪਤੀ ਠੀਕ ਠਾਕ ਹੈ ਅਤੇ ਮੈਨੂੰ ਵੀ ਇੱਕ ਦਿਨ ਅਜਿਹੀ ਖੁਸ਼ੀ ਮਿਲ ਜਾਵੇਗੀ, ਤਾਂ ਸ਼ਾਇਦ ਮੈਨੂੰ ਬੁਰਾ ਨਾ ਲੱਗਦਾ। ਪਰ ਮੈਨੂੰ ਪਤਾ ਸੀ ਕਿ ਮੇਰੇ ਨਾਲ ਤਾਂ ਇਹ ਸਭ ਕੁਝ ਕਦੇ ਹੋਣਾ ਹੀ ਨਹੀਂ ਸੀ। ਮੇਰੀ ਭੈਣ ਵੀ ਜਦੋਂ ਮੈਨੂੰ ਮਿਲਣ ਲਈ ਆਈ ਤਾਂ ਉਸਨੇ ਮੈਨੂੰ ਬਹੁਤ ਗੱਲਾਂ ਸੁਣਾਈਆਂ। ਉਸਦਾ ਕਹਿਣਾ ਸੀ ਕਿ ਤੁਹਾਡਾ ਤਾਂ ਇਸ ਤਰ੍ਹਾਂ ਦਾ ਹਾਲ ਹੋ ਗਿਆ ਹੈ ਕਿ ਜਿਵੇਂ ਵਿਆਹ ਨੂੰ 10 ਸਾਲ ਹੋ ਗਏ ਹਨ, ਜਦੋਂ ਕਿ ਅਜੇ 1 ਮਹੀਨਾ ਹੀ ਹੋਇਆ ਸੀ। ਇੰਨੀ ਟੈਨਸ਼ਨ ਕਿਸ ਗੱਲ ਦੀ ਹੈ? ਤੁਹਾਨੂੰ ਦੇਖ ਕੇ ਤਾਂ ਕੋਈ ਵੀ ਬੱਚਾ ਦੱਸ ਸਕਦਾ ਹੈ ਕਿ ਤੁਸੀਂ ਬਿਲਕੁਲ ਵੀ ਖੁਸ਼ ਨਹੀਂ ਹੋ। ਜੇਕਰ ਇਸ ਤਰ੍ਹਾਂ ਦੀ ਕੋਈ ਗੱਲ ਹੈ ਤਾਂ ਤੁਸੀਂ ਮਾਂ ਪਾਪਾ ਨੂੰ ਦੱਸ ਦਿਓ। ਮੈਂ ਸਾਰੀ ਜ਼ਿੰਦਗੀ ਤੁਹਾਡੇ ਨਾਲ ਮੁਕਾਬਲਾ ਜ਼ਰੂਰ ਕੀਤਾ ਹੈ, ਪਰ ਤੁਸੀਂ ਮੇਰੀ ਭੈਣ ਹੋ। ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਖੁਸ਼ ਰਹੋ। ਮੈਂ ਆਪਣੀ ਭੈਣ ਦੀਆਂ ਇਹ ਗੱਲਾਂ ਸੁਣ ਕੇ ਉਸਨੂੰ ਸਭ ਕੁਝ ਦੱਸਣ ਵਾਲੀ ਸੀ, ਪਰ ਫਿਰ ਮੈਂ ਸੋਚਿਆ ਕਿ ਇਹ ਗੱਲ ਮੈਨੂੰ ਕਿਸੇ ਨੂੰ ਦੱਸਣੀ ਨਹੀਂ ਚਾਹੀਦੀ, ਕਿਉਂਕਿ ਇਹ ਸਿਰਫ ਮੇਰੇ ਅਤੇ ਮੇਰੇ ਪਤੀ ਦੀ ਗੱਲ ਹੈ। ਬਾਰ-ਬਾਰ ਮੇਰਾ ਦਿਲ ਕਰਦਾ ਸੀ ਕਿ ਮੈਂ ਇਹ ਗੱਲ ਸਾਰਿਆਂ ਨੂੰ ਦੱਸ ਦਿਆਂ, ਆਪਣੀ ਸੱਸ ਨੂੰ ਵੀ ਦੱਸ ਦਿਆਂ, ਆਪਣੀ ਮਾਂ ਨੂੰ ਵੀ, ਆਪਣੀ ਭੈਣ ਨੂੰ ਵੀ, ਅਤੇ ਉਹਨਾਂ ਤੋਂ ਹਮਦਰਦੀ ਲਵਾਂ ਅਤੇ ਉਹ ਸਾਰੇ ਲੋਕ ਮੈਨੂੰ ਕਹਿਣ ਕਿ ਹਾਂ ਤੁਹਾਡੇ ਨਾਲ ਬਹੁਤ ਬੁਰਾ ਹੋਇਆ ਹੈ, ਤਾਂ ਥੋੜ੍ਹਾ ਮੈਨੂੰ ਸਕੂਨ ਮਿਲ ਜਾਵੇ। ਇਨਸਾਨ ਦੀ ਫਿਤਰਤ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਹਮਦਰਦੀ ਹਾਸਲ ਕਰਨਾ ਚਾਹੁੰਦਾ ਹੈ ਜਦੋਂ ਉਸਦੇ ਨਾਲ ਕੁਝ ਬੁਰਾ ਹੋ ਜਾਂਦਾ ਹੈ। ਜੇਕਰ ਕੋਈ ਉਸਦੀ ਮਦਦ ਵੀ ਨਹੀਂ ਕਰ ਸਕਦਾ, ਪਰ ਜੇ ਉਹ ਇੰਨਾ ਹੀ ਕਹਿ ਦੇਵੇ ਕਿ ਵਾਕਿਆ ਹੀ ਤੁਹਾਡੇ ਨਾਲ ਬਹੁਤ ਬੁਰਾ ਹੋਇਆ ਹੈ, ਤੁਹਾਡੇ ਅੰਦਰ ਬਹੁਤ ਹਿੰਮਤ ਹੈ ਜੋ ਤੁਸੀਂ ਇਹ ਸਭ ਕੁਝ ਬਰਦਾਸ਼ਤ ਕਰ ਰਹੇ ਹੋ, ਤਾਂ ਇਹ ਸੁਣ ਕੇ ਵੀ ਉਸਦੇ ਦਿਲ ਨੂੰ ਸਕੂਨ ਮਿਲ ਜਾਂਦਾ ਹੈ। ਮੈਂ ਬਹੁਤ ਪਰੇਸ਼ਾਨ ਰਹਿਣ ਲੱਗੀ ਸੀ, ਬਹੁਤ ਜਜ਼ਬਾਤੀ ਹੋਣ ਲੱਗੀ ਸੀ। ਜੋ ਕੁਝ ਮੇਰੀ ਭੈਣ ਨੂੰ ਮਿਲ ਰਿਹਾ ਸੀ ਉਹ ਸਭ ਕੁਝ ਮੈਂ ਵੀ ਚਾਹੁੰਦੀ ਸੀ। ਇੱਕ ਰਾਤ ਫਿਰ ਤੋਂ ਨੀਂਦ ਮੇਰੀਆਂ ਅੱਖਾਂ ਵਿੱਚੋਂ ਗਾਇਬ ਹੋ ਗਈ ਤੇ ਮੇਰਾ ਪਤੀ ਸੌਂ ਰਿਹਾ ਸੀ ਅਤੇ ਅਚਾਨਕ ਤੋਂ ਜਾਗ ਗਿਆ ਅਤੇ ਛੋਟੇ ਬੱਚਿਆਂ ਦੀ ਤਰ੍ਹਾਂ ਰੋਣ ਲੱਗ ਪਿਆ। ਮੈਨੂੰ ਖੋਲ ਦਿਓ, ਮੈਨੂੰ ਖੋਲ ਦਿਓ। ਮੈਨੂੰ ਮੇਰੇ ਪਤੀ ਤੇ ਬਹੁਤ ਤਰਸ ਆਉਣ ਲੱਗਿਆ। ਮੈਂ ਸੋਚਿਆ ਕਿ ਮੈਂ ਕੀ ਕਰਾਂ। ਮੈਨੂੰ ਉਸਦੀਆਂ ਗੱਲਾਂ ਵੀ ਯਾਦ ਆ ਰਹੀਆਂ ਸਨ, ਪਰ ਅੱਜ ਪਤਾ ਨਹੀਂ ਮੇਰੇ ਦਿਮਾਗ ਦੇ ਵਿੱਚ ਕੀ ਆਇਆ। ਮੈਂ ਸੋਚਿਆ ਕਿ ਰੱਸੀ ਖੋਲ ਦਿੰਦੀ ਹਾਂ, ਪਤਾ ਤਾਂ ਲੱਗੇ ਕਿ ਇਸ ਤਰ੍ਹਾਂ ਦਾ ਕੀ ਕਰਦਾ ਹੈ। ਮੈਂ ਆਪਣੇ ਪਤੀ ਦੀ ਰੱਸੀ ਖੋਲ ਦਿੱਤੀ। ਮੇਰੇ ਪਤੀ ਨੇ ਪਹਿਲਾਂ ਮੈਨੂੰ ਬੜੀ ਹੈਰਾਨੀ ਨਾਲ ਦੇਖਿਆ ਤੇ ਫਿਰ ਥੋੜ੍ਹੇ ਸਮੇਂ ਬਾਅਦ ਮੈਨੂੰ ਘੂਰਨ ਲੱਗੇ ਅਤੇ ਮੇਰੀ ਤਾਰੀਫ ਕਰਨ ਲੱਗੇ। ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਖੂਬਸੂਰਤ ਹੋ। ਇਹ ਪਹਿਲੀ ਵਾਰੀ ਸੀ ਜਦੋਂ ਉਹਨਾਂ ਨੇ ਮੇਰੀ ਤਾਰੀਫ ਕੀਤੀ ਸੀ। ਮੈਂ ਕਿਹਾ ਕਿ ਅੱਛਾ ਮੈਂ ਖੂਬਸੂਰਤ ਹਾਂ, ਤਾਂ ਉਹ ਕਹਿਣ ਲੱਗਿਆ ਕਿ ਹਾਂ, ਤੇ ਕਹਿਣ ਲੱਗਾ ਕਿ ਮੈਨੂੰ ਮਾਫ਼ ਕਰ ਦਿਓ ਤੇ ਇਹ ਸਭ ਕੁਝ ਭੁੱਲ ਜਾਓ, ਮੈਂ ਜੋ ਵੀ ਕਿਹਾ ਹੈ। ਮੈਂ ਕਿਹਾ ਕਿ ਹਾਂ, ਮੈਂ ਇੰਨਾ ਕੁਝ ਕਿਵੇਂ ਭੁੱਲ ਜਾਵਾਂ, ਤੁਸੀਂ ਤਾਂ ਸਾਡੇ ਵਿਆਹ ਵਾਲੀ ਰਾਤ ਵੀ ਖਰਾਬ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਵਿਆਹ ਵਾਲੀ ਰਾਤ ਕੀ ਹੁੰਦੀ ਹੈ, ਜਦੋਂ ਅਸੀਂ ਦੋਵੇਂ ਇਕੱਠੇ ਹਾਂ ਤਾਂ ਹਰ ਰਾਤ ਹੀ ਸੁਹਾਗਰਾਤ ਦੀ ਤਰ੍ਹਾਂ ਹੁੰਦੀ ਹੈ। ਉਹਨਾਂ ਨੇ ਇੰਨਾ ਕਿਹਾ ਤੇ ਮੇਰੇ ਚਿਹਰੇ ਤੇ ਮੁਸਕਰਾਹਟ ਆ ਗਈ। ਸਵੇਰੇ ਮੇਰੀ ਅੱਖ ਮੇਰੇ ਪਤੀ ਦੇ ਰੋਣ ਦੀ ਆਵਾਜ਼ ਤੇ ਖੁੱਲੀ, ਜੋ ਬੱਚਿਆਂ ਦੀ ਤਰ੍ਹਾਂ ਰੋ ਰਹੇ ਸਨ। ਪਤਾ ਨਹੀਂ ਮੇਰਾ ਪਤੀ ਇਸ ਤਰ੍ਹਾਂ ਕਿਉਂ ਕਰਦਾ ਸੀ। ਮੈਂ ਕਦੇ ਵੀ ਕਿਸੇ ਮਰਦ ਨੂੰ ਇਸ ਤਰ੍ਹਾਂ ਰੋਂਦੇ ਨਹੀਂ ਦੇਖਿਆ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋ ਰਿਹਾ ਹੈ, ਤੁਸੀਂ ਕਿਉਂ ਸਵੇਰੇ ਸਵੇਰੇ ਰੌਲਾ ਪਾ ਰੱਖਿਆ ਹੈ? ਤਾਂ ਉਹ ਕਹਿਣ ਲੱਗੇ ਕਿ ਰਾਤ ਨੂੰ ਕੀ ਹੋਇਆ ਸੀ। ਮੈਂ ਕਿਹਾ ਕਿ ਮੈਂ ਤੁਹਾਡੀ ਰੱਸੀ ਖੋਲ੍ਹ ਦਿੱਤੀ ਸੀ ਕਿਉਂਕਿ ਮੈਨੂੰ ਤੁਹਾਡੇ 'ਤੇ ਤਰਸ ਆ ਗਿਆ ਸੀ, ਅਤੇ ਰੱਸੀ ਖੋਲ੍ਹਣ ਤੋਂ ਬਾਅਦ ਕੁਝ ਅਜਿਹਾ ਹੋਇਆ ਕਿ ਮੇਰੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਸੀ। ਮੈਂ ਸੋਚਣ ਲਈ ਮਜਬੂਰ ਹੋ ਗਈ
ਕਿ ਮੇਰਾ ਪਤੀ ਮੈਨੂੰ ਧੋਖਾ ਦੇ ਰਿਹਾ ਸੀ, ਕਿ ਉਹ ਮੇਰੇ ਨਾਲ ਝੂਠ ਬੋਲ ਰਿਹਾ ਸੀ, ਉਹ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਿਹਾ ਸੀ। ਇੱਥੋਂ ਤੱਕ ਕਿ ਜੇਕਰ ਉਹ ਸੱਚੀ ਵੀ ਕਿਸੇ ਬਿਮਾਰੀ ਦਾ ਸ਼ਿਕਾਰ ਹੋਵੇ ਤਾਂ ਵੀ ਉਹ ਕਦੇ ਵੀ ਇਹ ਗੱਲ ਆਪਣੀ ਪਤਨੀ ਨੂੰ ਨਹੀਂ ਦੱਸੇਗਾ। ਮਰਦਾਂ ਦੇ ਵਿੱਚ ਸ਼ਰਮ ਬਹੁਤ ਜ਼ਿਆਦਾ ਹੁੰਦੀ ਹੈ, ਉਹ ਇਸ ਤਰ੍ਹਾਂ ਨਹੀਂ ਕਰਦੇ। ਪਰ ਮੇਰੇ ਪਤੀ ਨੇ ਜਾਣਬੁੱਝ ਕੇ ਆਪਣੇ ਆਪ ਨੂੰ ਗਲਤ ਸਾਬਿਤ ਕੀਤਾ ਸੀ। ਉਸਨੇ ਜਾਣਬੁੱਝ ਕੇ ਇਹ ਕਿਹਾ ਸੀ ਕਿ ਉਹ ਨਾਮਰਦ ਹੈ, ਜਦੋਂ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ। ਰੱਸੀ ਖੋਲ੍ਹਣ ਤੋਂ ਬਾਅਦ ਮੈਨੂੰ ਇਹ ਪਤਾ ਲੱਗਿਆ ਕਿ ਮੇਰੀ ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਵੀ ਇਸ ਰੱਸੀ ਦੇ ਨਾਲ ਬੰਨ੍ਹੀਆਂ ਹੋਈਆਂ ਸਨ। ਜਿਵੇਂ ਹੀ ਮੈਂ ਰੱਸੀ ਖੋਲ੍ਹੀ ਸਭ ਕੁਝ ਠੀਕ ਹੋ ਗਿਆ। ਕੱਲ੍ਹ ਦੀ ਰਾਤ ਅਸੀਂ ਦੋਹਾਂ ਨੇ ਉਸੇ ਤਰ੍ਹਾਂ ਗੁਜ਼ਾਰੀ ਜਿਵੇਂ ਦੁਨੀਆ ਦੇ ਸਾਰੇ ਵਿਆਹੇ ਹੋਏ ਲੋਕ ਗੁਜ਼ਾਰਦੇ ਹਨ। ਅਤੇ ਤੁਸੀਂ ਰੱਸੀ ਦਾ ਪਤਾ ਨਹੀਂ ਇਹ ਕੀ ਤਮਾਸ਼ਾ ਬਣਾਇਆ ਹੋਇਆ ਸੀ। ਹੁਣ ਤੁਸੀਂ ਇਸ ਨੂੰ ਛੱਡ ਦਿਓ, ਕਿਉਂਕਿ ਰੱਸੀ ਖੋਲ੍ਹਣ ਦੇ ਨਾਲ ਕੁਝ ਵੀ ਨਹੀਂ ਹੋਇਆ, ਬਲਕਿ ਸਭ ਕੁਝ ਠੀਕ ਹੋ ਗਿਆ। ਮੇਰੇ ਪਤੀ ਦਾ ਕਹਿਣਾ ਸੀ ਕਿ ਤੁਸੀਂ ਕੁਝ ਠੀਕ ਨਹੀਂ ਕੀਤਾ, ਬਲਕਿ ਠੀਕ ਤਾਂ ਮੈਂ ਕਰਨ ਵਾਲਾ ਸੀ। ਤੁਸੀਂ ਤਾਂ ਮੈਨੂੰ ਕਿਤੋਂ ਦਾ ਨਹੀਂ ਛੱਡਿਆ, ਸਭ ਕੁਝ ਬਰਬਾਦ ਕਰ ਦਿੱਤਾ। ਹੁਣ ਕਦੇ ਵੀ ਕੁਝ ਠੀਕ ਨਹੀਂ ਹੋਵੇਗਾ। ਹੁਣ ਚੰਗਾ ਇਹੀ ਹੈ ਕਿ ਤੁਸੀਂ ਮੈਨੂੰ ਛੱਡ ਕੇ ਆਪਣੇ ਘਰ ਹੀ ਚਲੀ ਜਾਓ, ਕਿਉਂਕਿ ਹੁਣ ਤੁਹਾਡੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਅਤੇ ਮੇਰੀ ਜ਼ਿੰਦਗੀ ਤੁਸੀਂ ਬਰਬਾਦ ਕਰ ਹੀ ਦਿੱਤੀ ਹੈ। ਮੈਂ ਉਸ ਦੀਆਂ ਗੱਲਾਂ ਸਮਝ ਨਹੀਂ ਸਕੀ ਸੀ। ਮੈਨੂੰ ਵੀ ਗੁੱਸਾ ਆ ਗਿਆ। ਮੈਂ ਕਿਹਾ ਕਿ ਜੋ ਗੱਲ ਤੁਸੀਂ ਮੈਨੂੰ ਵਿਆਹ ਦੀ ਰਾਤ ਕਹੀ, ਤੁਸੀਂ ਕਿਸੇ ਹੋਰ ਲੜਕੀ ਨੂੰ ਕਹਿੰਦੇ ਤਾਂ ਉਹ ਉਸੇ ਸਮੇਂ ਹੀ ਭੱਜ ਜਾਂਦੀ। ਫਿਰ ਵੀ ਮੈਂ ਤੁਹਾਡਾ ਸਾਥ ਦਿੱਤਾ। ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ? ਇਹ ਸਭ ਤੁਹਾਡੇ ਮਨ ਦਾ ਵਹਿਮ ਹੈ ਜੋ ਤੁਹਾਡੇ ਕਿਸੇ ਦੁਸ਼ਮਣ ਨੇ ਤੁਹਾਡੇ ਦਿਮਾਗ ਦੇ ਵਿੱਚ ਪਾ ਦਿੱਤਾ ਹੈ। ਤੁਸੀਂ ਯਕੀਨ ਕਰੋ, ਉਹ ਆਪਣੀ ਦੁਸ਼ਮਣੀ ਨਿਭਾਉਣ ਦੇ ਵਿੱਚ ਕਾਮਯਾਬ ਹੋ ਗਿਆ ਹੈ, ਕਿਉਂਕਿ ਇਸ ਦੇ ਕਾਰਨ ਸਾਡੇ ਦੋਨਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਤੁਸੀਂ ਮੈਨੂੰ ਜੋ ਵਿਆਹ ਵਾਲੀ ਰਾਤ ਗੱਲ ਕਹੀ ਸੀ, ਜੇਕਰ ਮੈਂ ਨਹੀਂ ਹੁੰਦੀ, ਮੇਰੀ ਥਾਂ ਕੋਈ ਹੋਰ ਹੁੰਦੀ, ਤਾਂ ਪਰਮਾਤਮਾ ਦੀ ਕਸਮ ਉਹ ਉਸ ਸਮੇਂ ਛੱਡ ਕੇ ਚਲੀ ਜਾਂਦੀ ਅਤੇ ਉਸ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ। ਮੇਰੇ ਪਤੀ ਨੇ ਕਿਹਾ ਕਿ ਤੁਸੀਂ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਮੈਂ ਕਦੇ ਵੀ ਬਾਪ ਨਹੀਂ ਬਣ ਸਕਦਾ। ਇਹ ਗੱਲ ਸੱਚ ਹੈ। ਮੈਨੂੰ ਡਾਕਟਰ ਨੇ ਇਹ ਗੱਲ ਕਹੀ ਸੀ, ਪਰ ਮੈਂ ਇੱਕ ਪੀਰ ਬਾਬਾ ਦੇ ਕੋਲ ਗਿਆ ਸੀ। ਉਹ ਨਕਲੀ ਪੀਰ ਬਾਬਾ ਨਹੀਂ ਸੀ। ਉਸਨੇ ਕਿਹਾ ਸੀ ਕਿ ਜੇਕਰ ਮੈਂ ਨਬਜ਼ ਨੂੰ ਕੰਟਰੋਲ ਕਰ ਸਕਾਂ, ਮੇਰਾ ਇਮਤਿਹਾਨ ਹੋਵੇਗਾ ਅਤੇ ਮੇਰੇ ਨਾਲ ਸਭ ਕੁਝ ਠੀਕ ਹੋ ਜਾਵੇਗਾ। ਮੈਂ ਆਪਣੇ ਆਪ ਨੂੰ ਇਸ ਕਰਕੇ ਬੰਨ੍ਹ ਕੇ ਸੌਂਦਾ ਸੀ, ਪਰ ਤੁਸੀਂ ਮੈਨੂੰ ਖੋਲ੍ਹ ਦਿੱਤਾ, ਮੇਰੀ ਸਾਰੀ ਮਿਹਨਤ 'ਤੇ ਪਾਣੀ ਫੇਰ ਦਿੱਤਾ। ਹੁਣ ਕਦੇ ਵੀ ਕੁਝ ਨਹੀਂ ਹੋਵੇਗਾ। ਮੈਂ ਆਪਣੇ ਪਤੀ ਦਾ ਹੱਥ ਫੜ ਕੇ ਆਪਣੇ ਕੋਲ ਬਿਠਾਇਆ। ਮੈਂ ਤੁਹਾਨੂੰ ਯਕੀਨ ਦਿਵਾਉਂਦੀ ਹਾਂ, ਸਭ ਕੁਝ ਠੀਕ ਹੋ ਜਾਵੇਗਾ। ਬਸ ਤੁਸੀਂ ਨਾਰਮਲ ਲੋਕਾਂ ਦੀ ਤਰ੍ਹਾਂ ਮੇਰੇ ਨਾਲ ਰਹੋ, ਜਿਵੇਂ ਸਾਰੇ ਲੋਕ ਰਹਿੰਦੇ ਹਨ। ਇਸ ਤਰ੍ਹਾਂ ਨਾ ਸੋਚੋ, ਅਸੀਂ ਬੱਚੇ ਪੈਦਾ ਨਹੀਂ ਕਰ ਸਕਦੇ ਤਾਂ ਪਤਾ ਨਹੀਂ ਕੀ ਪਹਾੜ ਟੁੱਟ ਜਾਵੇਗਾ। ਜੇਕਰ ਇਸ ਤਰ੍ਹਾਂ ਹੋ ਵੀ ਗਿਆ, ਕਿੰਨੇ ਲੋਕ ਹਨ ਇਸ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਬੱਚੇ ਨਹੀਂ ਹਨ, ਉਹ ਮਰ ਤਾਂ ਨਹੀਂ ਚਾਹੁੰਦੇ। ਮੈਂ ਤੁਹਾਡੀ ਪਤਨੀ ਹਾਂ, ਬਸ ਮੇਰੀ ਗੱਲ ਸੁਣੋ, ਸਭ ਕੁਝ ਠੀਕ ਹੋ ਜਾਵੇਗਾ। ਮੈਂ ਆਪਣੇ ਪਤੀ ਨੂੰ ਸਮਝਾਇਆ। ਉਹਨਾਂ ਨੂੰ ਇਹ ਗੱਲ ਸਮਝਾਉਣ ਦੇ ਵਿੱਚ ਬਹੁਤ ਮੁਸ਼ਕਿਲ ਆਈ, ਪਰ ਕਿਸੇ ਤਰ੍ਹਾਂ ਮੈਂ ਉਹਨਾਂ ਨੂੰ ਆਪਣੀ ਗੱਲ ਸਮਝਾ ਦਿੱਤੀ। ਹੁਣ ਬਸ ਅਸੀਂ ਚੁੱਪਚਾਪ ਆਪਣੀ ਜ਼ਿੰਦਗੀ ਗੁਜ਼ਾਰਨ ਲੱਗੇ, ਨਾ ਕਿਸੇ ਨਾਲ ਜ਼ਿਆਦਾ ਗੱਲ ਕਰਦੇ, ਨਾ ਇਸ ਮਾਮਲੇ ਵਿੱਚ ਇੱਕ ਦੂਜੇ ਨਾਲ ਜ਼ਿਆਦਾ ਗੱਲ ਕਰਦੇ ਸੀ। 1 ਸਾਲ ਲੰਘ ਗਿਆ। ਲੋਕਾਂ ਨੇ ਗੱਲਾਂ ਵੀ ਕੀਤੀਆਂ, ਸਾਨੂੰ ਤੰਗ ਵੀ ਕੀਤਾ। ਸਾਡੇ ਆਪਣਿਆਂ ਨੇ ਵੀ ਸਾਡੇ ਖਿਲਾਫ ਗੱਲਾਂ ਕੀਤੀਆਂ, ਇੱਥੋਂ ਤੱਕ ਕਿ ਕਿਹਾ ਕਿ ਮੈਂ ਬਾਂਝ ਹਾਂ। ਅਸੀਂ ਚੁੱਪਚਾਪ ਸਾਰਿਆਂ ਦੀਆਂ ਗੱਲਾਂ ਸੁਣਦੇ ਰਹੇ, ਜ਼ਹਿਰ ਦੇ ਘੁੱਟ ਪੀਂਦੇ ਰਹੇ, ਕਿਸੇ ਨੂੰ ਵੀ ਜਵਾਬ ਨਹੀਂ ਦਿੱਤਾ। ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਰਹੇ। 1.5 ਸਾਲ ਬਾਅਦ ਪਰਮਾਤਮਾ ਨੇ ਸਾਡੀ ਸੁਣ ਲਈ। ਉਸ ਤੋਂ ਬਾਅਦ ਮੈਂ ਆਪਣੇ ਪਤੀ ਦੇ ਆਤਮ ਵਿਸ਼ਵਾਸ ਨੂੰ ਪੱਕਾ ਹੁੰਦੇ ਹੋਏ ਦੇਖਿਆ। ਮੇਰੀ ਭੈਣ ਦੇ ਘਰ ਬੇਟੀ ਪੈਦਾ ਹੋਈ ਸੀ, ਪਰ ਇਸ ਗੱਲ 'ਤੇ ਵੀ ਸਮਾਜ ਨੇ ਉਸਨੂੰ ਗੱਲਾਂ ਸੁਣਾਈਆਂ ਕਿ ਪਹਿਲੀ ਔਲਾਦ ਬੇਟੀ ਪੈਦਾ ਕਿਉਂ ਹੋਈ। ਬੇਟਾ ਹੋਣਾ ਚਾਹੀਦਾ ਸੀ। ਪਰਮਾਤਮਾ ਨੇ ਮੈਨੂੰ ਬੇਟਾ ਦਿੱਤਾ, ਪਰ ਉਸ ਤੋਂ ਪਹਿਲਾਂ ਇਹ ਸਮਾਜ ਮੈਨੂੰ ਵੀ ਬਹੁਤ ਸਾਰੀਆਂ ਗੱਲਾਂ ਸੁਣਾ ਚੁੱਕਿਆ ਸੀ। ਮੈਂ ਇਸ ਨਤੀਜੇ 'ਤੇ ਪਹੁੰਚੀ ਕਿ ਦੁਨੀਆ ਵਾਲਿਆਂ ਦੀ ਫਿਕਰ ਨਾ ਕਰੋ, ਬਸ ਇਹ ਫਿਕਰ ਕਰੋ ਤਾਂ ਪਰਮਾਤਮਾ ਕੀ ਸੋਚਦਾ ਹੈ। ਇਹ ਨਾ ਸੋਚੋ ਕਿ ਲੋਕ ਕੀ ਕਹਿਣਗੇ, ਬਸ ਇਹ ਸੋਚੋ ਕਿ ਪਰਮਾਤਮਾ ਦੇਖ ਰਿਹਾ ਹੈ। ਬਸ ਜਿਵੇਂ ਹੀ ਅਸੀਂ ਇਸ ਗੱਲ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ, ਸਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਗਈ। ਉਹ ਵੀ ਮਿਲ ਗਿਆ ਜਿਸ ਦੀ ਸਾਨੂੰ ਉਮੀਦ ਵੀ ਨਹੀਂ ਸੀ, ਕਿਉਂਕਿ ਅਸੀਂ ਟੈਨਸ਼ਨ ਲੈਣੀ ਛੱਡ ਦਿੱਤੀ ਸੀ। ਮੇਰਾ ਪਤੀ ਮਜ਼ਬੂਤ ਇਨਸਾਨ ਹੈ। ਹੁਣ ਮੈਨੂੰ ਇਸ ਦੇ ਵਿੱਚ ਕੋਈ ਕਮੀ ਨਜ਼ਰ ਨਹੀਂ ਆਉਂਦੀ ਸੀ। ਇਸ ਲਈ ਬਸ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਨੂੰ ਦੁਨੀਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਸਾਨੂੰ ਖੁਦ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਆਪਣੇ ਪਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ, ਕਿਉਂਕਿ ਐਂਡ ਆਫ ਦੀ ਡੇ ਪਰਮਾਤਮਾ ਸਭ ਕੁਝ ਠੀਕ ਕਰ ਦਿੰਦਾ ਹੈ। ਤੁਹਾਨੂੰ ਇਹ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ, ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ। ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।